ਤੇ ਜਿਹੜੇ ਫਗਵਾੜੇ ਦੇ ਵਿੱਚ ਨਸ਼ੇ ਵਿਕਦੇ ਆ, ਨਸ਼ਿਆਂ ਦੇ ਵਪਾਰੀ ਧੌਣਾ ਤੋਂ ਫੜ ਕੇ ਗਿੱਚੀਆਂ ਜ਼ਮੀਨਾਂ ਨਾਲ ਲਾ ਕੇ ਨੰਗੇ ਕਰਕੇ ਇਹਨਾਂ ਦੇ ਉੱਤੇ ਐਕਟ ਲਾ ਕੇ ਨਸ਼ਿਆਂ ਵਾਲੇ ਤਾਂ ਜੇਲ੍ਹਾਂ 'ਚ ਭੇਜੇ ਸਾਨੂੰ ਗੜੀ ਕਰਕੇ ਨਾ। ਮੈਂ ਨਸ਼ਿਆਂ ਦੇ ਵਪਾਰੀ ਉਹਨਾਂ ਗੱਡੀਆਂ 'ਚ ਬਹਿੰਦੇ ਨੇ, ਉਹਨਾਂ ਨੂੰ ਸ਼ੈਲਟਰ ਆ ਨਸ਼ੇ ਦੇ ਵਪਾਰੀਆਂ ਨੂੰ। ਨਸ਼ੇ ਦੇ ਵਪਾਰੀ ਨਸ਼ਾ ਕਿੱਦਾਂ ਵੇਚ ਸਕਦੇ ਆ ਜੀ? ਕੱਲ੍ਹ ਨੂੰ ਗੜੀ ਹੋਵੇ ਨੁਮਾਇੰਦਾ ਫਗਵਾੜੇ ਦਾ ਤੇ ਗੜੀ ਦੇ ਰਾਜ ਦੇ ਵਿੱਚ ਫਗਵਾੜੇ 'ਚ ਨਸ਼ਾ ਵਿਕਦਾ ਹੋਵੇ ਤੇ ਮੈਂ ਕਿਉਂ ਨਹੀਂ ਐਸਪੀ ਨੂੰ ਟੰਗੂਗਾ, ਕਿਉਂ ਨਹੀਂ ਡੀਐਸਪੀ ਨੂੰ ਟੰਗੂਗਾ? ਕਰਪਸ਼ਨ ਲੱਖਾਂ ਲੱਖਾਂ ਰੁਪਈਆ ਲੈ ਕੇ ਮੌਜੂਦਾ ਜਿਹੜਾ ਐਮਐਲਏ ਉਹਨੇ ਕੀਤੀ ਹੈ। ਲੋਕ ਤਾਂ ਸਬੂਤਾਂ ਸਹਿਤ ਉਹਨਾਂ ਨੂੰ ਫੜਾਉਣ ਨੂੰ ਤਿਆਰ ਨੇ, ਸਬੂਤਾਂ ਸਹਿਤ ਫੜਾਉਣ ਨੂੰ ਤਿਆਰ ਨੇ। ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ, ਅਸੀਂ ਪ੍ਰਸ਼ਾਸਨ ਤੋਂ ਕਾਰਵਾਈ ਕਰਾਵਾਂਗੇ। ਪਿੱਛੇ ਜੇ ਤੁਸੀਂ ਦੇਖੋ ਸ਼ਿਵਪੁਰੀ, ਪੀਪਾ ਰੰਗੀ, ਸ਼ਾਮ ਨਗਰ ਔਰ ਸੰਤੋਖਪੁਰਾ, ਗੰਦਾ ਪਾਣੀ ਕਾਂਗਰਸ ਭਾਜਪਾ ਦੇ ਰਾਜ ਵਿੱਚ। ਭਾਜਪਾ ਦਾ ਮੈਂਬਰ ਪਾਰਲੀਮੈਂਟ ਹੈ, ਦਿੱਲੀ ਸਰਕਾਰ ਹੈ ਔਰ ਕਾਂਗਰਸ ਦਾ ਚੁਣਿਆ ਹੋਇਆ ਨੁਮਾਇੰਦਾ ਆ, ਕਾਂਗਰਸ ਦਾ ਚੁਣਿਆ ਹੋਇਆ ਕੈਬਨਿਟ ਦਾ ਰੈਂਕ ਲਿਆ ਆ, ਮਾਣਯੋਗ ਨੁਮਾਇੰਦਾ ਇੱਥੇ ਆ, ਕਾਂਗਰਸ ਦੀ ਲੇਡੀ ਬੈਂਕ ਦੀ ਪ੍ਰੈਜ਼ੀਡੈਂਟ ਇੱਥੇ ਆ। ਜਿਹੜਾ ਗੰਦਾ ਪਾਣੀ ਆ, ਪੀਣੇ ਵਾਲਾ ਸਾਫ਼ ਪਾਣੀ ਜਾਣਾ ਚਾਹੀਦਾ, ਗੰਦਾ ਪਾਣੀ ਦਲਿਤਾਂ ਦੀਆਂ ਗਰੀਬਾਂ ਦੀਆਂ ਬਸਤੀਆਂ 'ਚ ਕਿਉਂ ਜਾ ਰਿਹਾ? ਕਿਆ ਫਗਵਾੜੇ ਦਾ ਹਸਪਤਾਲ ਕਾਂਗਰਸ ਔਰ ਭਾਜਪਾ ਦੇ ਰਾਜ 'ਚ ਟੱਟੀਆਂ ਉਲਟੀਆਂ ਦਾ ਇਲਾਜ ਵੀ ਕਰ ਨਹੀਂ ਪਾਉਂਦਾ? ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਚੋਣਾਂ ਨੂੰ ਲੈ ਕੇ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸਰਗਰਮੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ। ਇਲੈਕਸ਼ਨ ਕੋਡ ਜਿਹੜਾ ਹੈ ਲੱਗ ਚੁੱਕਾ ਹੈ। ਹਰ ਪਾਰਟੀ ਵੱਲੋਂ ਹੁਣ ਆਪਣੇ ਵੱਲੋਂ ਜ਼ੋਰ ਅਜ਼ਮਾਇਸ਼ ਕੀਤੀ ਜਾਵੇਗੀ, ਲੋਕਾਂ ਨਾਲ ਵਾਅਦੇ ਕੀਤੇ ਜਾਣਗੇ ਅਤੇ ਲੋਕਾਂ ਤੱਕ ਅਪਰੋਚ ਕੀਤੀ ਜਾਵੇਗੀ। ਇਸ ਵਾਰ ਜੋ ਇਲੈਕਸ਼ਨ ਕਮਿਸ਼ਨ ਨੇ ਜੋ ਗਾਈਡਲਾਈਨਸ ਦਿੱਤੀਆਂ ਨੇ ਉਹ ਪਹਿਲਾਂ ਨਾਲੋਂ ਬਿਲਕੁਲ ਵੱਖਰੀਆਂ ਨੇ ਅਤੇ ਕੀ ਉਹਨਾਂ ਦਾ ਫਰਕ ਪਵੇਗਾ ਜਿਹੜੇ ਨੇਤਾ ਨੇ ਉਹਨਾਂ ਦੀਆਂ ਚੋਣ ਸਰਗਰਮੀਆਂ ਦੇ ਉੱਤੇ, ਕੀ ਫਰਕ ਪਵੇਗਾ ਨੇਤਾਵਾਂ ਦੀਆਂ ਚੋਣ ਸਰਗਰਮੀਆਂ 'ਤੇ ਪਾਰਟੀਆਂ ਦੀਆਂ ਕੀ ਪਾਲਿਸੀਜ਼ ਹੋਣਗੀਆਂ, ਇਹਦੇ ਸੰਬੰਧ ਵਿੱਚ ਗੱਲ ਕਰਨ ਲਈ ਅਲੱਗ-ਅਲੱਗ ਨੇਤਾਵਾਂ ਨਾਲ ਅਸੀਂ ਗੱਲ ਕਰ ਰਹੇ ਹਾਂ। ਅਤੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ। ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ ਬਸਾ ਸਾਹਿਬ। ਗੜੀ ਸਾਹਿਬ, ਇਲੈਕਸ਼ਨ ਜਿਹੜੀ ਆ ਅਨਾਊਂਸ ਹੋ ਚੁੱਕੀ ਆ, ਪਹਿਲਾਂ ਤਾਂ ਇਹਨੂੰ ਕਿੱਦਾਂ ਦੇਖਦੇ ਹੋ? ਜਿਹੜੀਆਂ ਕਿੰਨਾ ਕੁ ਟਾਈਮ ਜਿਹੜਾ ਦਿੱਤਾ ਗਿਆ, ਜਿਹੜੀਆਂ ਗਾਈਡਲਾਈਨਸ ਜਾਰੀ ਹੋਈਆਂ ਨੇ, ਇਹਨੂੰ ਕਿੱਦਾਂ ਲੈਂਦੇ ਹੋ? ਬਹੁਤ ਸੋਹਣਾ ਆ। ਚੋਣ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ ਜੀ। ਜਿਹੜਾ ਇਲੈਕਸ਼ਨ ਇੱਕ ਮੇਲਾ ਆ ਬਹੁਜਨ ਸਮਾਜ ਲਈ, ਜਿਹਦੇ 'ਚ ਸੱਤਾ ਬਦਲੀ ਜਾਂਦੀ ਆ। ਪੰਜਾਬ ਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਸ਼ੀਰਵਾਦ ਦੇ ਨਾਲ ਇਸ ਵਾਰੀ ਇਹ ਮੌਕਾ ਜੁੜਿਆ ਹੈ ਕਿ ਬਹੁਜਨ ਸਮਾਜ ਸੱਤਾ ਦਾ ਭਾਗੀਦਾਰ ਬਣੇਗਾ। ਬਹੁਜਨ ਸਮਾਜ ਪਾਰਟੀ ਦੀ ਵਿਧਾਨ ਸਭਾ ਇਲੈਕਸ਼ਨ ਲਈ ਕੀ ਪਲੈਨਿੰਗਸ ਆ? ਹੁਣ ਅਕਾਲੀ ਦਲ ਦੇ ਨਾਲ ਗੱਠਜੋੜ ਹੋਇਆ ਆ। ਸਭ ਨਾਲੋਂ ਪਹਿਲਾਂ ਜਿਹੜੇ ਨੇ ਉਮੀਦਵਾਰ ਆ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਵੱਲੋਂ ਜਿਹੜੇ ਆ ਐਲਾਨੇ ਜਾ ਚੁੱਕੇ ਆ, ਜਿਨ੍ਹਾਂ ਵਿੱਚ ਤੁਸੀਂ ਵੀ ਇੱਕ ਉਮੀਦਵਾਰ ਹੋ। ਤੁਹਾਡੀ ਆਪਣੀ ਇਲੈਕਸ਼ਨ ਦੇ ਲਈ ਅਤੇ ਬਾਕੀ ਜਿਹੜੇ ਤੁਹਾਡੇ ਕੈਂਡੀਡੇਟ ਖੜ੍ਹੇ ਨੇ ਉਹਨਾਂ ਲਈ ਕੀ ਪਾਲਿਸੀਜ਼ ਨੇ? ਦੇਖੋ, ਬਹੁਜਨ ਸਮਾਜ ਪਾਰਟੀ ਨੇ 20 ਸੀਟਾਂ ਲੜੀਆਂ, 20 ਦੇ 20 ਕੈਂਡੀਡੇਟ ਅਸੀਂ ਐਲਾਨ ਚੁੱਕੇ ਹਾਂ ਔਰ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਅਸੀਂ ਸਰਬ ਜਾਤੀ ਸਰਬ ਧਰਮ ਨੂੰ ਨੁਮਾਇੰਦਗੀ ਦਿੱਤੀ ਆ। ਦਸੂਹੇ ਤੋਂ ਸਾਡਾ ਕੈਂਡੀਡੇਟ ਸੁਸ਼ੀਲ ਕੁਮਾਰ ਸ਼ਰਮਾ ਜੀ ਬ੍ਰਾਹਮਣ ਭਾਈਚਾਰੇ ਤੋਂ ਆ, ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ ਹੈ, ਜਲੰਧਰ ਉੱਤਰੀ ਔਰ ਟਾਂਡੇ ਤੋਂ ਲਵਾਣਾ ਸਿੱਖ ਭਾਈਚਾਰਾ ਆ, ਭੋਆ ਅਤੇ ਦੀਨਾ ਨਗਰ ਤੋਂ ਮਹਾਸ਼ਾ ਭਾਈਚਾਰਾ ਆ, ਬਸੀ ਪਠਾਣਾ ਤੋਂ ਬਾਲਮੀਕੀ ਭਾਈਚਾਰਾ ਆ, ਅੰਮ੍ਰਿਤਸਰ ਕੇਂਦਰੀ ਤੋਂ ਸਾਡਾ ਮਜ਼੍ਹਬੀ ਸਿੱਖ ਭਾਈਚਾਰਾ, ਫਗਵਾੜੇ ਤੋਂ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮਾਂ ਨਾਲ ਮੈਨੂੰ ਲੜਨ ਦਾ ਸੁਭਾਗ ਪ੍ਰਾਪਤ ਹੋਇਆ ਆ। ਉਹਦੇ ਲਈ ਜਿੱਥੇ ਮੈਂ ਪਾਰਟੀ ਹਾਈ ਕਮਾਂਡ ਦਾ ਪੰਜਾਬ ਇੰਚਾਰਜ ਸ਼੍ਰੀ ਬੈਨੀਵਾਲ ਸਾਹਿਬ, ਸ਼੍ਰੀ ਵਿਪਲ ਕੁਮਾਰ ਜੀ ਦਾ ਧੰਨਵਾਦ ਕਰਦਾ, ਉੱਥੇ ਫਗਵਾੜੇ ਦੇ ਲੋਕਾਂ ਦਾ ਵੀ ਮੈਂ ਧੰਨਵਾਦ ਕਰਦਾ। ਖਾਸ ਤੌਰ 'ਤੇ ਪਹਿਲੀ ਲੜੀ ਦੇ ਵਿੱਚ ਜਿਹੜਾ ਬੀਐਸਪੀ ਦਾ ਕੇਡਰ ਵਾ, ਬੀਐਸਪੀ ਦੇ ਅਹੁਦੇਦਾਰ ਵਰਕਰ ਸਾਹਿਬਾਨ ਨੇ ਜਿਨ੍ਹਾਂ ਨੇ ਵੱਡੀ ਕੁਰਬਾਨੀ ਕੀਤੀ ਆ ਪਾਰਟੀ ਪ੍ਰੈਜ਼ੀਡੈਂਟ ਨੂੰ ਲੜਾਉਣ ਦੇ ਲਈ, ਮੈਂ ਉਹਨਾਂ ਸਾਰੇ ਵਰਕਰਾਂ ਦਾ, ਕੇਡਰ ਦਾ ਵੀ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ, ਜਿਨ੍ਹਾਂ ਨੇ ਖਿੜੇ ਮੱਥੇ ਪ੍ਰਵਾਨ ਕਰਕੇ ਇੱਕ ਵੱਡੀ ਜਿਹੜੀ ਕੰਪੇਨ ਵਾ ਫਗਵਾੜੇ ਦੇ ਵਿੱਚ ਚਲਾਈ ਆ। ਔਰ ਮੈਨੂੰ ਯਾਦ ਹੈ ਕਿ ਅਸੀਂ ਪਿਛਲੇ 3-4 ਮਹੀਨਿਆਂ 'ਚ ਬਹੁ ਗਿਣਤੀ ਜਿਹੜੇ ਪਿੰਡ ਹੈਗੇ ਆ, 90-95 ਪਿੰਡਾਂ ਦੇ ਵਿੱਚੋਂ ਅਸੀਂ ਇੱਕ ਤਾਂ ਕਵਰ ਆਪਾਂ ਮੈਕਸੀਮਮ ਕਰ ਚੁੱਕੇ ਹਾਂ ਔਰ ਕਈਆਂ 'ਚ 2 ਪੈ ਗਿਆ, ਕਈਆਂ 'ਚ 13 ਪੈ ਗਿਆ। ਮੈਂ ਪਰਸੋਂ ਅਸੀਂ ਇੱਕ ਦਿਨ 'ਚ 8 ਪਿੰਡ ਕੱਢੇ, 3 ਪਿੰਡ ਇੱਦਾਂ ਦੇ ਜਿੱਥੇ ਮੈਂ ਚੌਥੀ ਵਾਰੀ ਵੀ ਗਿਆ। ਔਰ ਅੱਜ ਜਿਹੜਾ ਚੋਣ ਕਮਿਸ਼ਨ ਨੇ ਐਲਾਨ ਕੀਤਾ, ਸਾਨੂੰ ਤਾਂ ਸਵਾਦ ਆ ਗਿਆ ਜੀ।
ਅਸੀਂ ਤਾਂ 12 ਜੂਨ ਨੂੰ ਹੀ ਤਿਆਰੀ ਕਰ ਲਈ ਸੀ, 12 ਜੂਨ ਜਿੱਦਣ ਗੱਠਜੋੜ ਦਾ ਐਲਾਨ ਹੋਇਆ। ਹੁਣ ਤਾਂ ਅਸੀਂ ਪੂਰੇ ਜੋਸ਼ ਦੇ ਵਿੱਚ ਹੈ। ਜਿੱਦਾਂ ਕਿ ਐਤਕੀ ਗਾਈਡਲਾਈਨਸ ਆਈਆਂ ਕਿ 15 ਤਰੀਕ ਤੱਕ ਜਿਹੜੇ ਆ ਕੋਈ ਵੀ ਇਲੈਕਸ਼ਨ ਦੀ ਰੈਲੀ ਨਹੀਂ ਹੋ ਸਕਦੀ। ਹੋ ਸਕਦਾ ਹੈ ਕਿ ਅਗਰ ਕੋਵਿਡ ਵੱਧਦਾ ਆ ਤਾਂ ਅੱਗੇ ਤੋਂ ਵੀ ਜਿਹੜੀ ਆ ਕੋਈ ਇਲੈਕਸ਼ਨ ਰੈਲੀ, ਨੁੱਕੜ ਮੀਟਿੰਗ ਜਾਂ ਇੱਦਾਂ ਦਾ ਕੁਛ ਨਹੀਂ ਹੋਏਗਾ। ਡੋਰ ਟੂ ਡੋਰ ਜਿਹੜਾ ਆ ਜਾ ਕੇ ਪ੍ਰਚਾਰ ਕੀਤਾ ਜਾ ਸਕਦਾ, ਉਹ ਵੀ ਸਿਰਫ 5 ਬੰਦੇ। ਇਹਨੂੰ ਕਿੱਦਾਂ ਦੇਖਦੇ ਹੋ? ਕੀ ਫ਼ਰਕ ਪਏਗਾ ਕੰਪੇਨਿੰਗ ਦੇ ਉੱਤੇ? ਨਹੀਂ, ਕੰਪੇਨਿੰਗ ਤਾਂ ਵਧੇਗੀ ਜੀ। ਅੱਜ ਚੋਣ ਕਮਿਸ਼ਨ ਨੇ ਵੀ ਮੈਨੂੰ ਇੱਦਾਂ ਲੱਗਦਾ ਗੁਰੂਆਂ ਰਹਿਬਰਾਂ ਤੋਂ ਪ੍ਰੇਰਨਾ ਲੈ ਕੇ 5 ਵਾਲਾ ਜਿਹੜਾ ਸੂਤਰ ਦਿੱਤਾ ਆ। ਅਸੀਂ ਤਾਂ ਮਜ਼ਦੂਰਾਂ ਦੇ ਪੁੱਤ ਹੈ ਜੀ। ਅਸੀਂ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਕਰਦੇ ਹਾਂ, ਮਜ਼ਦੂਰੀ ਕਰਦੇ ਹਾਂ, ਹੁਣ ਅਸੀਂ ਘਰ ਘਰ ਘੁੰਮ ਲਾਂਗੇ। ਔਖਾ ਤਾਂ ਕਾਂਗਰਸ BJP ਲਈ ਹੋ ਜਾਣਾ ਜੀ। ਜਿਨ੍ਹਾਂ ਦੇ ਪੱਟਾਂ 'ਚ ਛੱਲੀਆਂ ਪੈ ਜਾਣੀਆਂ ਆ, ਜਿਨ੍ਹਾਂ ਦੇ ਲੱਤਾਂ ਗੋਡੇ ਦੁਖਦੇ ਆ। ਅਸੀਂ ਤਾਂ ਕਿਸਾਨ ਮਜ਼ਦੂਰ ਦੇ ਪੁੱਤ ਆ। ਸਾਡੇ ਲਈ ਤਾਂ ਇਹ ਬੜਾ ਸੌਖਾ ਜਿਹਾ ਕੰਮ ਹੈ ਜੀ, ਘਰ ਘਰ ਘੁੰਮਣਾ ਵੀ। ਫਗਵਾੜੇ ਤੋਂ ਤੁਸੀਂ ਕੈਂਡੀਡੇਟ ਹੋ। ਹਮੇਸ਼ਾ ਦੇਖਿਆ ਗਿਆ ਕਿ ਜਦੋਂ ਵੀ ਕੋਈ ਘਰ ਦਾ ਮੁਖੀਆ ਹੁੰਦਾ, ਉਹਦਾ ਆਪਣੇ ਘਰ ਦੇ ਲਈ ਸੁਪਨੇ ਹੁੰਦੇ ਆ ਕਿ ਮੈਂ ਘਰ ਨੂੰ ਇੱਦਾਂ ਬਣਾਊਂਗਾ। ਅਗਰ ਤੁਸੀਂ ਜਿੱਤਦੇ ਹੋ, ਘਰ ਦੇ ਮੁਖੀਆ, ਫਗਵਾੜੇ ਦੇ ਮੁਖੀਆ ਬਣਦੇ ਹੋ, ਕੀ ਤੁਹਾਡੇ ਸੁਪਨੇ ਆ? ਕੀ ਸੁਪਨੇ ਲੈ ਕੇ ਤੁਸੀਂ ਫਗਵਾੜਾ ਦੇ ਵਿੱਚ ਆਏ ਹੋ? ਤੁਸੀਂ ਕੀ ਫਗਵਾੜਾ ਲਈ ਕਰਨਾ ਚਾਹੁੰਦੇ ਹੋ? ਦੇਖੋ, ਮੋਟੇ ਮੈਂ 5-7 ਬਿੰਦੂ ਤੁਹਾਡੇ ਨਾਲ ਡਿਸਕਸ ਕਰਨੇ ਚਾਹੁੰਦਾ। ਇੱਕ, ਫਗਵਾੜੇ ਦਾ ਜੋ ਮੈਂ ਨਕਸ਼ਾ ਦੇਖਿਆ ਕਿ ਸਮੁੰਦਰਾਂ 'ਚ ਟਾਪੂ ਦੇਖੇ, ਮੈਂ ਸਮੁੰਦਰਾਂ 'ਚ ਟਾਪੂ ਦੇਖੇ, ਪਰ ਫਗਵਾੜਾ ਵੀ ਇੱਕ ਟਾਪੂ ਆ, ਪ੍ਰਸ਼ਾਸਨਿਕ ਟਾਪੂ ਆ। ਇੱਥੇ ਕੰਮ ਕਰਾਉਣ ਲਈ ਜਲੰਧਰ ਦਾ ਸਮੁੰਦਰ ਟੱਪ ਕੇ ਜਾਣਾ ਪੈਂਦਾ। ਫਗਵਾੜੇ 'ਚ ਲਗਭਗ ਔਸਤ 2 ਲੱਖ ਦੇ ਕਰੀਬ ਵੋਟਾਂ ਨੇ, 1,90,000, ਔਰ 5 ਵੋਟਾਂ ਦਾ ਔਸਤ ਹੋਵੇ ਤਾਂ 40,000 ਘਰ ਬਣਦੇ ਆ। ਜੇ ਗੱਡੀ ਦੇ ਵਿੱਚ ਕਪੂਰਥਲੇ ਜਾਈਏ ਤਾਂ 2,000 'ਚ ਆਉਣ ਜਾਣ ਹੁੰਦਾ। ਜੇ ਮੇਰੇ ਵਰਗਾ ਕੋਈ ਬੱਸਾਂ 'ਚ ਜਾਵੇ ਮਜ਼ਦੂਰ ਦਾ ਪੁੱਤ, ਤਾਂ ਵੀ 1,000 ਰੁਪਈਆ ਇੱਧਰ ਉੱਧਰ ਹੋ ਜਾਂਦਾ। ਅਤੇ ਜੇ ਮਹੀਨੇ 'ਚ ਇੱਕ ਵਾਰੀ ਵੀ ਜ਼ਿਲ੍ਹੇ ਦੇ ਕੰਮ ਲਈ ਜਾਣਾ ਪੈਂਦਾ, ਸਾਲ 'ਚ 12 ਵਾਰੀਆਂ ਹੋ ਗਈਆਂ। ਮੈਂ ਕਹਿੰਦਾ ਸਾਲ 'ਚ 6 ਵਾਰੀਆਂ ਲਾ ਲਓ, ਇੱਕ ਘਰ ਨੂੰ ਜਾਣਾ ਪੈਂਦਾ। ਅਤੇ 1,000 ਰੁਪਏ ਨਾਲ ਵੀ ਲਾਈਏ ਤਾਂ 4 ਕਰੋੜ ਰੁਪਈਆ ਇੱਕ ਵਾਰੀ ਦਾ ਬਣ ਗਿਆ। ਅਤੇ ਜੇ 6 ਨਾਲ ਗੁਣਾ ਕਰ ਦਿਓ, 24 ਕਰੋੜ, ਅਤੇ 5 ਸਾਲਾਂ ਦਾ 100 ਕਰੋੜ ਰੁਪਈਆ ਪੰਜਾਬ ਦੇ ਫਗਵਾੜੇ ਦੇ ਜਿਹੜੇ ਸ਼ਹਿਰੀ ਆ, ਫਗਵਾੜੇ ਦੇ ਵੋਟਰ ਵਾ, ਇਹਨਾਂ ਨੂੰ ਕਪੂਰਥਲੇ ਆਪਣੇ ਜ਼ਿਲ੍ਹੇ ਦੇ ਨਾਲ ਕਿਰਾਇਆ ਭਾੜਿਆਂ 'ਚ ਖਰਚਣਾ ਪੈਂਦਾ। ਅਸੀਂ ਇਹਦਾ ਟਾਪੂਪੁਣਾ ਖਤਮ ਕਰਾਂਗੇ, ਫਗਵਾੜੇ ਨੂੰ ਜ਼ਿਲ੍ਹੇ ਦਾ ਰੂਪ ਦੇਵਾਂਗੇ। ਔਰ ਦੂਸਰਾ, ਜਿਹੜਾ ਫਗਵਾੜੇ ਦੇ ਵਿੱਚ ਅੱਜ ਇੱਕ ਵੀ ਸਪੋਰਟਸ ਜਿਹੜਾ ਕੰਪਲੈਕਸ ਨਹੀਂ ਹੈਗਾ, ਜਿੱਥੇ ਫਗਵਾੜੇ ਸ਼ਹਿਰ ਦੇ ਲੋਕ, ਪਿੰਡਾਂ ਦੇ ਲੋਕ ਆਪਣੀਆਂ ਸਰੀਰਕ ਗਤੀਵਿਧੀਆਂ ਕਰ ਸਕਣ, ਕੋਈ ਖੇਡਾਂ ਕਰ ਸਕਣ। ਅਸੀਂ ਦੂਸਰੇ ਨੰਬਰ 'ਤੇ ਫਗਵਾੜੇ ਦੇ ਵਿੱਚ ਮੈਂ ਨਿਸ਼ਾਨਦੇਹੀਆਂ ਕੀਤੀਆਂ 2-3 ਜਗ੍ਹਾ 'ਤੇ, 3-3, 4-4 ਕਿੱਲਿਆਂ ਦੇ ਬੜੇ ਅੱਛੇ ਟੱਕ ਸ਼ਹਿਰ ਦੇ ਆਲੇ ਦੁਆਲੇ ਪਏ ਆ। ਮੈਂ ਸਤਨਾਮਪੁਰੇ ਬੈਠਾ ਆ, ਇਹਦੇ ਆਲੇ ਦੁਆਲੇ 2-3 ਪਾਰਕਾਂ ਨੇ, ਪਰ 2-3 ਪਾਰਕਾਂ ਦੇ ਵਿੱਚ ਗਾਜਰ ਬੂਟੀ ਉੱਗੀ ਹੋਆ, ਭੂੰਡ ਭਵੱਕੜ ਘੁੰਮਦੇ ਆ, ਫੁੱਲ ਕੋਈ ਨਜ਼ਰ ਨਹੀਂ ਆਉਂਦਾ। ਇਹਨਾਂ ਸਾਰੀਆਂ ਪਾਰਕਾਂ ਨੂੰ ਅੱਛੀਆਂ ਸੁੰਦਰ ਕਰਕੇ ਤਾਂ ਜੋ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਇੱਥੇ ਸਵੇਰੇ ਸ਼ਾਮ ਸੈਰ ਕਰ ਸਕਣ। ਔਰ ਇੱਦਾਂ ਦਾ ਕੋਈ ਟਰੈਕ ਜਿਹੜਾ ਆ ਜਿੱਥੇ ਘੱਟੋ ਘੱਟ 1 ਕਿਲੋਮੀਟਰ ਦੀ ਸੈਰ ਜਿਹੜੀ ਆ ਟਰੈਕਿੰਗ ਹੋ ਸਕੇ, ਔਰ ਇੱਦਾਂ ਦਾ ਕੋਈ ਡਿਵੈਲਪ ਕਰਾਂਗੇ ਫਗਵਾੜੇ 'ਚ। ਤੀਸਰਾ, ਜੋ ਮੈਂ ਬੜੀ ਇੱਕ ਦਰਦਨਾਕ ਜਿਹੜੀ ਮੈਂ ਗੱਲ ਦੇਖੀ ਆ, ਪਰਸੋਂ ਚੌਥ ਜੇ ਮੈਂ ਜਗਤਪੁਰ ਜੱਟਾਂ ਮੀਟਿੰਗ 'ਚ ਬੈਠਾ ਸੀ, ਪਰਸੋਂ ਲੱਖਪੁਰ ਬੈਠਾ ਸੀ, ਤਾਂ ਮੇਰੇ ਜਦੋਂ ਆਪਣੀ ਗੱਲਬਾਤ ਰੱਖੀ ਤਾਂ ਇੱਕ ਬੜਾ 6 ਫੁੱਟਾ ਨੌਜਵਾਨ ਮੇਰੇ ਕੋਲ ਆਇਆ। ਕਹਿੰਦਾ, ਪ੍ਰਧਾਨ ਜੀ, ਸਾਡੇ ਨੌਜਵਾਨਾਂ ਲਈ ਕੀ ਕਰ ਰਹੇ ਆ? ਮੈਂ ਕਿਹਾ, ਸਾਰੀਆਂ ਗੱਲਾਂ ਨੌਜਵਾਨਾਂ ਲਈ। ਕਹਿੰਦੇ, ਜੀ ਮੇਰੇ 9 ਮਿੱਤਰ ਨਸ਼ਾ ਖਾ ਕੇ ਮਰ ਗਏ ਇਸ ਸਾਲ ਦੇ ਵਿੱਚ। ਮੇਰੇ 9 ਦੋਸਤ ਰੋਣ ਲੱਗ ਪਿਆ ਭੁੱਬਾ ਮਾਰ ਕੇ। ਔਰ ਕੱਲ੍ਹ ਲਖਪੁਰ ਸੀਗੇ, ਉੱਥੋਂ ਦੇ ਸਾਬਕਾ ਸਰਪੰਚ ਸਾਹਿਬ ਦਾ 21 ਸਾਲ ਦਾ ਪੁੱਤਰਾ ਨਸ਼ੇ ਨਾਲ ਮਰ ਗਿਆ। ਮੈਂ ਸਾਰੇ ਸਾਥੀਆਂ ਨਾਲ, ਪਿੰਡ ਵਾਲਿਆਂ ਨਾਲ ਚਰਚਾ ਕੀਤੀ ਵੀ ਨਸ਼ਾ ਕੌਣ ਵੇਚਦਾ। ਉਹਨਾਂ ਨੇ ਕਿਹਾ, ਜਿਹੜੇ ਚੁਣੇ ਹੋਏ ਨੁਮਾਇੰਦੇ ਆ ਕਾਂਗਰਸ ਭਾਜਪਾ ਦੇ, ਇਹਨਾਂ ਦੀਆਂ ਗੱਡੀਆਂ 'ਚ ਨਸ਼ਿਆਂ ਦੇ ਵਪਾਰੀ ਬਹਿੰਦੇ ਆ, ਔਰ ਨਸ਼ੇ ਦਾ ਵੱਡਾ ਕਾਰੋਬਾਰ ਹੁੰਦਾ। ਮੈਂ ਫੈਸਲਾ ਕੀਤਾ, ਅਸੀਂ ਇਹ ਫੈਸਲਾ ਕੀਤਾ ਕਿ ਤੀਜੇ ਨੰਬਰ ਦੇ ਉੱਤੇ ਜਿਹੜੇ ਫਗਵਾੜੇ ਦੇ ਵਿੱਚ ਨਸ਼ੇ ਵਿਕਦੇ ਆ, ਨਸ਼ਿਆਂ ਦੇ ਵਪਾਰੀ ਧੌਣਾ ਤੋਂ ਫੜ ਕੇ ਗਿੱਚੀਆਂ ਜ਼ਮੀਨਾਂ ਨਾਲ ਲਾ ਕੇ ਨੰਗੇ ਕਰਕੇ ਇਹਨਾਂ ਦੇ ਉੱਤੇ ਐਕਟ ਲਾ ਕੇ ਨਸ਼ਿਆਂ ਵਾਲੇ ਨਾ ਜੇਲ੍ਹਾਂ 'ਚ ਭੇਜੇ। ਸਾਨੂੰ ਗੜੀ ਕਹਿਣਾ। ਫਗਵਾੜੇ ਦੇ ਔਰ ਪੰਜਾਬ ਦੇ ਸਾਰੇ ਧੀਆਂ ਪੁੱਤਾਂ ਦੇ ਚੌਂਕੀਦਾਰ ਰਖਵਾਲੇ ਅਸੀਂ ਬਣਾਂਗੇ। ਬਹੁਜਨ ਸਮਾਜ ਪਾਰਟੀ ਬਣੇਗੀ। ਅਸੀਂ ਇਹ ਵੀ ਫੈਸਲਾ ਕੀਤਾ ਕਿ ਪਿਛਲੇ ਜਿਹੜਾ MLA ਚੁਣਿਆ ਗਿਆ, ਗੈਂਗਸਟਰਬਾਜੀ ਬੜੀ ਵਧੀ ਆ ਇੱਥੇ ਫਗਵਾੜੇ 'ਚ। ਵੱਡੇ ਗੈਂਗਸਟਰ ਜਿਹੜੇ ਵੱਡੇ ਪਾਰਟੀਆਂ ਦੇ ਅਹੁਦੇਦਾਰਾਂ ਨੂੰ ਗੋਲੀਆਂ ਤੱਕ ਮਾਰ ਦਿੰਦੇ ਆ, ਉਹਨਾਂ ਨੂੰ ਵੱਡੇ ਅਹੁਦਿਆਂ ਦੇ ਉੱਤੇ ਕਾਂਗਰਸ ਨੇ ਲਾਇਆ। ਔਰ ਇੱਥੋਂ ਲਾਇਸੈਂਸਗਿਰੀ ਜਿਹੜੀ ਆ, ਬੰਦੂਕਾਂ ਦੀ, ਪਿਸਟਲਾਂ ਦੀ, ਕਰਪਸ਼ਨ ਲੱਖਾਂ ਰੁਪਈਆ ਲੈ ਕੇ ਮੌਜੂਦਾ ਜਿਹੜਾ MLA ਉਹਨੇ ਕੀਤੀ ਆ। ਅਸੀਂ ਇਹ ਵੀ ਫੈਸਲਾ ਕੀਤਾ, ਗੈਂਗਸਟਰਬਾਜੀ ਇੱਥੇ ਖਤਮ ਕੀਤੀ ਜਾਏਗੀ। ਜਿਹੜੇ ਵੀ ਇਹ ਅਸਲੇ ਦੇ ਲਾਇਸੈਂਸ
2 ਨੰਬਰੀਆਂ ਕੋਲ ਗਏ ਆ ਚਾਹੇ 10 ਨੰਬਰੀਆਂ ਕੋਲ ਗਏ ਆ, ਉਹ ਸਾਰੇ ਪਹਿਲ ਦੇ ਆਧਾਰ 'ਤੇ ਬੈਠ ਕੇ ਰੱਦ ਵੀ ਕਰਾਵਾਂਗੇ ਔਰ ਇਹ ਜਿਹੜਾ ਪੂਰੇ ਇੱਥੋਂ ਦਾ ਮਾਹੌਲ ਜਿਹੜਾ ਪ੍ਰੇਮ ਭਾਈਚਾਰੇ ਵਾਲਾ ਪੈਦਾ ਕਰਾਂਗੇ। ਇੱਥੇ ਮੈਨੂੰ ਇੱਕ ਥੋੜ੍ਹਾ ਜਿਹਾ ਜਾਤੀ ਔਰ ਧਰਮ ਦੀ ਲੜਾਈ ਨਜ਼ਰ ਆਈ ਆ, ਉਹ ਕਿਸੇ ਵੇਲੇ ਵੀ ਵੱਡਾ ਰੂਪ ਲੈ ਕੇ ਸ਼ਹਿਰ ਦਾ ਮਾਹੌਲ ਵਿਗਾੜ ਦਿੰਦੀ ਆ। ਉਹਦੇ ਲਈ ਮੈਂ ਨਹੀਂ ਕਹਿੰਦਾ ਕੋਈ ਇੱਕ ਧਿਰ ਜ਼ਿੰਮੇਵਾਰ ਹੈ, ਮੈਂ ਕਹਿੰਦਾ ਹੁੰਦਾ ਕਿ ਤਾੜੀ ਹਮੇਸ਼ਾ 2 ਹੱਥਾਂ ਨਾਲ ਵੱਜਦੀ ਆ। ਚਾਹੀਦਾ ਤਾਂ ਇਹ ਸੀ ਜਿਹੜੇ ਚੁਣੇ ਗਏ ਨੁਮਾਇੰਦੇ ਆ ਕਾਂਗਰਸ ਭਾਜਪਾ ਦੇ, ਆਜ਼ਾਦੀ ਤੋਂ ਬਾਅਦ ਇਹੀ ਚੁਣੇ ਗਏ ਇੱਥੋਂ, ਇਹ ਲਾਠੀਆਂ ਫੜ ਕੇ ਵਿਚਾਲੇ ਖੜ੍ਹਦੇ। ਜਦੋਂ ਦੋ ਜਾਤਾਂ 2 ਧਰਮ ਆਪਸ 'ਚ ਲੜਨ ਆਉਂਦੇ ਤਾਂ ਇਹ ਲਾਠੀਆਂ ਫੜ ਕੇ ਵਿਚਾਲੇ ਖੜ੍ਹਦੇ, ਭਲਾ ਇਹਨਾਂ ਦਾ ਸਿਰ ਪਾਟ ਜਾਂਦਾ, ਭਲਾ ਇਹਨਾਂ ਦਾ ਖੂਨ ਬਹਿ ਜਾਂਦਾ, ਲੇਕਿਨ ਇਹ ਲੜਾਈ ਰੋਕਦੇ। ਕਾਂਗਰਸ ਔਰ ਭਾਜਪਾ ਨੇ ਇਹ ਲੜਾਈ ਰੋਕੀ ਨਹੀਂ। ਕਾਂਗਰਸ ਭਾਜਪਾ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਲੜਾਈ ਨੂੰ ਹੱਲਾਸ਼ੇਰੀ ਦਿੱਤੀ ਆ। ਮੈਨੂੰ ਯਾਦ ਹੈ ਕਿ ਛੋਟੇ ਹੁੰਦੇ ਇੱਕ ਫਿਲਮ ਦੇਖਦੇ ਹੁੰਦੇ ਸੀ ਅਮਿਤਾਭ ਬੱਚਨ ਦੀ ਦੇਸ਼ ਪ੍ਰੇਮੀ, ਉਹਦੇ 'ਚ ਵੱਖ-ਵੱਖ ਜਾਤਾਂ ਧਰਮਾਂ ਦੇ ਲੋਕ ਲੜਦੇ ਆ ਅਤੇ ਅਮਿਤਾਭ ਬੱਚਨ ਵਿੱਚ ਜਾ ਕੇ ਲਾਠੀਆਂ ਸਾਰੇ ਧਿਰਾਂ ਦੀਆਂ ਫੜਦਾ ਔਰ ਖੁਦ ਵੀ ਲਾਠੀ ਨਾਲ ਸਿਰ ਪੜਵਾ ਲੈਂਦਾ। ਉੱਥੇ ਉਹ ਗੀਤ ਵੱਜਦਾ ਆ, ਮੇਰੇ ਦੇਸ਼ ਪ੍ਰੇਮੀਓ ਆਪਸ ਮੇਂ ਪ੍ਰੇਮ ਕਰੋ, ਇੱਦਾਂ ਕੁਛ ਗੀਤ ਹੈ, ਗੀਤ ਦੇ ਬੋਲ ਹੈ, ਬੜੇ ਬਚਪਨ 'ਚ ਸੁਣਿਆ ਸੀ। ਮੈਨੂੰ ਇੱਦਾਂ ਲੱਗਦਾ ਕਿ ਫਗਵਾੜੇ ਦੇ ਵਿੱਚ ਵੀ ਇਹ ਗੀਤ ਵੱਜਣਾ ਚਾਹੀਦਾ ਔਰ ਇਹ ਗੀਤ ਗੜੀ ਵਜਾਉਣਾ ਚਾਹੁੰਦਾ। ਆ ਪਿੱਛੇ ਜੇ ਤੁਸੀਂ ਦੇਖੋ ਸ਼ਿਵਪੁਰੀ, ਪੀਪਾ ਰੰਗੀ, ਸ਼ਾਮ ਨਗਰ ਔਰ ਸੰਤੋਖਪੁਰਾ, ਗੰਦਾ ਪਾਣੀ ਕਾਂਗਰਸ ਭਾਜਪਾ ਦੇ ਰਾਜ ਵਿੱਚ ਭਾਜਪਾ ਦਾ ਮੈਂਬਰ ਪਾਰਲੀਮੈਂਟ ਹੈ, ਦਿੱਲੀ ਸਰਕਾਰ ਹੈ ਔਰ ਕਾਂਗਰਸ ਦਾ ਚੁਣਿਆ ਹੋਇਆ ਨੁਮਾਇੰਦਾ ਆ, ਕਾਂਗਰਸ ਦਾ ਚੁਣਿਆ ਹੋਇਆ ਕੈਬਨਿਟ ਦਾ ਰੈਂਕ ਲਿਆ ਆ, ਮਾਣਯੋਗ ਨੁਮਾਇੰਦਾ ਇੱਥੇ ਆ, ਕਾਂਗਰਸ ਦੀ ਲੇਡੀ ਬੈਂਕ ਦੀ ਪ੍ਰੈਜ਼ੀਡੈਂਟ ਇੱਥੇ ਆ। ਜਿਹੜਾ ਗੰਦਾ ਪਾਣੀ ਆ, ਪੀਣੇ ਵਾਲਾ ਸਾਫ਼ ਪਾਣੀ ਜਾਣਾ ਚਾਹੀਦਾ, ਗੰਦਾ ਪਾਣੀ ਦਲਿਤਾਂ ਦੀਆਂ ਗਰੀਬਾਂ ਦੀਆਂ ਬਸਤੀਆਂ 'ਚ ਕਿਉਂ ਜਾ ਰਿਹਾ? ਔਰ ਜਦੋਂ ਪਿੱਛੇ ਜਿਹੇ ਬਿਮਾਰ ਹੋਏ ਲੋਕ, ਸ਼ਿਵਪੁਰੀ, ਪੀਪਾ ਰੰਗੀ, 9 ਮਰੇ, ਹਜ਼ਾਰਾਂ ਬਿਮਾਰ, ਮੇਰੇ ਕੋਲ ਡਾਟਾ ਪਿਆ, ਫੋਨ ਨੰਬਰ, ਮੇਰੀ ਟੀਮ, ਅਸੀਂ ਘਰ ਘਰ ਘੁੰਮੇ, ਸ਼ਾਮ ਨਗਰ, ਸ਼ਿਵਪੁਰੀ, ਪੀਪਾ ਰੰਗੀ, ਅਤੇ ਲੋਕਾਂ ਦਾ ਡਾਟਾ ਆਇਆ ਔਰ ਮੈਂ ਹੌਸਪੀਟਲ ਗਿਆ, ਕਾਂਗਰਸ ਨੇ ਖਬਰਾਂ ਲਵਾਈਆਂ, 2 ਮਰੇ, 150 ਬਿਮਾਰ। ਮੈਂ 150 ਬਿਮਾਰ ਲੱਭਣ ਗਿਆ ਸਿਵਲ ਹਸਪਤਾਲ 'ਚ, ਇੱਕ ਬਿਮਾਰ ਨਾ ਲੱਭਿਆ। ਅਤੇ ਜਦੋਂ ਮੈਂ ਉੱਥੋਂ ਦੇ ਪ੍ਰਸ਼ਾਸਨ ਨੂੰ ਪੁੱਛਿਆ, ਕਰਮਚਾਰੀਆਂ ਅਧਿਕਾਰੀਆਂ ਨੂੰ, ਵੀ ਉਹ ਬਿਮਾਰ ਕਿੱਥੇ ਆ, ਮੈਂ ਖਬਰਸਾਰ ਲੈਣ ਆਇਆ, ਕਹਿੰਦੇ ਜੀ ਕੋਈ CMC, ਕੋਈ DMC, ਕੋਈ PGI, ਕੋਈ ਪ੍ਰਾਈਵੇਟ ਹਸਪਤਾਲਾਂ 'ਚ। ਕਿਆ ਫਗਵਾੜੇ ਦਾ ਹਸਪਤਾਲ ਕਾਂਗਰਸ ਔਰ ਭਾਜਪਾ ਦੇ ਰਾਜ 'ਚ ਟੱਟੀਆਂ ਉਲਟੀਆਂ ਦਾ ਇਲਾਜ ਵੀ ਕਰ ਨਹੀਂ ਪਾਉਂਦਾ? ਮੈਂ ਇਹਨੂੰ 500 ਬੈੱਡ ਦਾ ਹਸਪਤਾਲ ਇਹਨੂੰ ਬਣਾ ਕੇ ਦਿਆਂਗਾ। ਜਿਹੜੇ ਮੈਂ ਵਾਅਦੇ ਕਰ ਰਿਹਾ, ਮੈਂ ਕੰਮ ਦੇ ਆਧਾਰ 'ਤੇ ਮੇਰੇ ਸਾਹਮਣੇ 2022 ਆ ਔਰ ਮੈਂ ਕੋਈ ਵੀ ਵਾਅਦਾ ਫਗਵਾੜੇ ਦੇ ਲੋਕਾਂ ਨਾਲ, ਫਗਵਾੜੇ ਦੇ ਸ਼ਹਿਰਾਂ ਨਾਲ, ਸਾਰੀਆਂ ਜਾਤਾਂ ਦੇ ਲੋਕ ਮੇਰੇ ਆ, ਸਾਰੇ ਧਰਮਾਂ ਦੇ ਲੋਕ ਮੇਰੇ ਆ ਔਰ ਗਰੀਬ ਮਜ਼ਦੂਰ ਕਿਸੇ ਜਾਤੀ ਦਾ ਹੋਵੇ, ਕਿਸੇ ਬਰਾਦਰੀ ਦਾ ਹੋਵੇ, ਉਹ ਪਹਿਲਾਂ ਮੇਰਾ ਆ ਔਰ ਮੈਂ ਉਹਨਾਂ ਸਾਰਿਆਂ ਲਈ ਲੜਨਾ ਚਾਹੁੰਦਾ ਆ, ਉਹਨਾਂ ਸਾਰਿਆਂ ਨੂੰ ਸੁੱਖ ਸਹੂਲਤਾਂ ਦੇਣੀਆਂ ਚਾਹੁੰਦਾ ਆ। ਫਗਵਾੜੇ ਦੀ ਹਵਾ ਦੇ ਵਿੱਚ ਮੈਂ ਪ੍ਰੇਮ ਭਾਈਚਾਰੇ ਦੀ ਰਵਾਨਗੀ ਭਰਨੀ ਚਾਹੁੰਦਾ ਆ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਮੈਨੂੰ ਫਗਵਾੜੇ ਦਾ ਆਸ਼ੀਰਵਾਦ ਚਾਹੀਦਾ। ਕੱਲ੍ਹ ਨਗਰ ਕੀਰਤਨ 'ਚ ਲੰਘੇ, 1959 ਦੀ ਇੱਕ ਬਿਲਡਿੰਗ ਬਣੀ ਹੋਈ ਆ ਅਤੇ ਉਹਦੇ ਇੱਕ ਪਾਸੇ ਕ੍ਰਿਸ਼ਨ ਭਗਵਾਨ ਜੀ ਦੀ ਫੋਟੋ ਆ, ਇੱਕ ਪਾਸੇ ਸਤਿਗੁਰੂ ਨਾਨਕ ਦੇਵ ਜੀ ਦੀ, 1959 ਦੀ ਬਿਲਡਿੰਗ 'ਚ, ਔਰ ਉਹਨਾਂ ਦਾ ਮੈਡੀਕਲ ਸਟੋਰ ਹੈ। ਮੈਨੂੰ ਫਿਰ ਮੈਂ ਜਦੋਂ ਮੈਂ ਫੋਟੋ ਖਿੱਚੀ, ਉਹ ਫੋਟੋ ਮੈਂ ਪਾਉਣਾ ਫੇਸਬੁੱਕ 'ਤੇ ਆਪਣੀ 'ਤੇ। ਜੇ ਫਗਵਾੜੇ ਦੇ 1959 ਦੇ ਵਿੱਚ ਬਿਲਡਿੰਗ ਇੱਥੇ ਹੈਗੀ ਆ, 1940 ਦੀ ਬਿਲਡਿੰਗ ਮੈਂ ਇੱਥੇ ਘੁੰਮਦੇ ਨੇ ਦੇਖੀ, ਅੱਜ ਵੀ ਹੈਗੀ ਆ, 1949 ਦੀ ਬਿਲਡਿੰਗ ਫਗਵਾੜੇ ਸ਼ਹਿਰ 'ਚ ਹੈਗੀ ਆ। ਉਹਨਾਂ ਬਿਲਡਿੰਗਾਂ ਦੇ ਉੱਤੇ ਜੇ ਭਗਵਾਨ ਕ੍ਰਿਸ਼ਨ ਔਰ ਭਗਵਾਨ ਸਤਿਗੁਰੂ ਨਾਨਕ ਦੇਵ ਜੀ ਇੱਕ ਕੰਧ 'ਤੇ ਆ ਸਕਦੇ ਆ, ਅਤੇ ਫਿਰ ਉਹ ਜ਼ਹਿਰ ਕੌਣ ਭਰ ਗਿਆ ਜੀ? ਇੱਥੇ ਜ਼ਹਿਰ ਕਿੱਦਾਂ ਭਰੀ ਗਈ? ਮੈਂ ਸਾਰੇ ਭਾਈਚਾਰਿਆਂ ਨੂੰ ਇਕੱਠੇ ਕਰਨਾ ਚਾਹੁੰਦਾ। ਤੁਸੀਂ ਅਹਿਮ ਇਲਜ਼ਾਮ ਜਿਹੜਾ ਆ ਪਹਿਲਾਂ ਜਿਹੜੇ ਇੱਥੋਂ ਨੁਮਾਇੰਦੇ ਚੁਣੇ ਗਏ ਉਹਨਾਂ 'ਤੇ ਲਾਇਆ ਕਿ ਉਹਨਾਂ ਦੀਆਂ ਗੱਡੀਆਂ ਵਿੱਚ ਨਸ਼ਾ ਵਿਕਦਾ, ਇਹ ਤੁਸੀਂ ਕਿਸ ਤਰੀਕੇ ਨਾਲ ਕਹਿ ਸਕਦੇ ਹੋ? ਮੈਂ ਗੱਡੀਆਂ 'ਚ ਨਸ਼ਾ ਵਿਕਣ ਦੀ ਗੱਲ ਨਹੀਂ ਕੀਤੀ, ਮੈਂ ਨਸ਼ਿਆਂ ਦੇ ਵਪਾਰੀ ਉਹਨਾਂ ਗੱਡੀਆਂ 'ਚ ਬਹਿੰਦੇ ਨੇ, ਉਹਨਾਂ ਨੂੰ ਸ਼ੈਲਟਰ ਹੈ ਨਸ਼ੇ ਦੇ ਵਪਾਰੀਆਂ ਨੂੰ। ਨਸ਼ੇ ਦੇ ਵਪਾਰੀ ਨਸ਼ਾ ਕਿੱਦਾਂ ਵੇਚ ਸਕਦੇ ਆ ਜੀ? ਕੱਲ੍ਹ ਨੂੰ ਗੜੀ ਹੋਵੇ ਨੁਮਾਇੰਦਾ ਫਗਵਾੜੇ ਦਾ, ਅਤੇ ਗੜੀ ਦੇ ਰਾਜ ਦੇ ਵਿੱਚ ਫਗਵਾੜੇ 'ਚ ਨਸ਼ਾ ਵਿਕਦਾ ਹੋਵੇ, ਅਤੇ ਮੈਂ ਕਿਉਂ ਨਹੀਂ SP ਨੂੰ ਟੰਗੂਗਾ, ਕਿਉਂ ਨਹੀਂ DSP ਨੂੰ ਟੰਗੂਗਾ? ਵੀ DSP ਸਾਹਿਬ ਦੱਸੋ, ਮੈਂ ਬਦਲੀ ਕਰਾਵਾਂ, ਸਸਪੈਂਡ ਕਰਾਵਾਂ ਜੇ ਨਹੀਂ ਰੁਕਦਾ ਤੁਹਾਡੇ ਕੋਲੋਂ? ਔਰ ਇੱਦਾਂ ਦੇ ਅਨਸਰਾਂ ਨੂੰ ਢੂੰਡ ਕੇ ਲੋਕ ਤਾਂ ਸਬੂਤਾਂ ਸਹਿਤ ਉਹਨਾਂ ਨੂੰ ਫੜਾਉਣ ਨੂੰ ਤਿਆਰ ਨੇ, ਸਬੂਤਾਂ ਸਹਿਤ ਫੜਾਉਣ ਨੂੰ ਤਿਆਰ ਨੇ। ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ, ਅਸੀਂ ਪ੍ਰਸ਼ਾਸਨ ਤੋਂ ਕਾਰਵਾਈ ਕਰਾਵਾਂਗੇ। ਜਰਨਲ ਸਮਾਜ ਅਤੇ SC ਭਾਈਚਾਰਾ ਆਪਸ ਦੇ ਵਿੱਚ ਪਿਛਲੀ ਵਾਰੀ ਬਹੁਤ ਕਲੈਸ਼ ਹੋਇਆ, ਕੁਛ ਸਾਲ ਪਹਿਲਾਂ ਜਿਹੜਾ ਆ ਬੜੀ ਮੰਦਭਾਗਿਆ ਟਾਈਮ ਸੀ ਉਹ, ਠੀਕ ਆ। ਉਸ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ, ਹਰ ਚੀਜ਼ ਠੀਕ ਆ, ਲੇਕਿਨ ਇਹ ਚੀਜ਼ਾਂ ਫਗਵਾੜੇ ਦੇ ਨਾਲ ਜੁੜੀਆਂ ਰਹਿੰਦੀਆਂ ਆ। ਜਰਨਲ ਸਮਾਜ ਦੇ ਵਿੱਚ ਆਪਣਾ ਵਿਸ਼ਵਾਸ ਬਣਾਉਣ ਦੇ ਲਈ, ਕਿਉਂਕਿ ਇੱਕ ਬਸਪਾ ਜਿਹੜੀ ਆ ਉਹ ਗਿਣਿਆ ਜਾਂਦਾ ਕਿ ਇੱਕ ਵੀ SC ਕਮਿਊਨਿਟੀ ਨੂੰ ਜਿਹੜੀ ਆ ਤੋਂ ਗਿਣੀ ਜਾਂਦੀ ਆ,
ਲੇਕਿਨ ਤੁਸੀਂ ਐਸਸੀ ਆਪਣੇ ਜਰਨਲ ਸਮਾਜ ਦੇ ਵਿੱਚ ਆਪਣਾ ਵਿਸ਼ਵਾਸ ਬਣਾਉਣ ਦੇ ਲਈ ਉਹਨਾਂ ਨੂੰ ਨਾਲ ਲੈ ਕੇ ਚੱਲਣ ਲਈ ਕੀ ਕਰੋਗੇ? ਦੇਖੋ, ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਗੁਰੂ ਮਹਾਂਪੁਰਸ਼ ਆਏ ਆ, ਉਹਨਾਂ ਨੇ ਸਾਰਿਆਂ ਨੇ ਪ੍ਰੇਮ ਦਾ ਸੰਦੇਸ਼ ਦਿੱਤਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮੈਨੂੰ ਬੜੀ ਖੁਸ਼ੀ ਹੋਈ। ਫਗਵਾੜੇ ਦੇ ਵਿੱਚ ਜਗ੍ਹਾ ਜਗ੍ਹਾ ਬੁੱਧ ਸਥਾਪਿਤ ਹੈ। ਬੁੱਧ ਨੂੰ ਜਾਪਾਨ ਵੀ ਮੰਨਦਾ, ਬੁੱਧ ਨੂੰ ਸ਼੍ਰੀਲੰਕਾ ਵੀ ਮੰਨਦਾ, ਬੁੱਧ ਥਾਈਲੈਂਡ, ਪੂਰੇ ਸੰਸਾਰ 'ਚ ਬੁੱਧ ਹੈ। ਭਾਰਤ ਬੁੱਧ ਭੂਮੀ ਰਿਹਾ। ਉਹਨਾਂ ਨੇ ਨਾਅਰਾ ਦਿੱਤਾ ਸੀ, ਬਹੁਜਨ ਹਤਾਏ ਬਹੁਜਨ ਸੁਖਾਏ। ਬਹੁਜਨ ਸਮਾਜ ਪਾਰਟੀ ਤਥਾਗਤ ਬੁੱਧ ਦੀ ਵਿਚਾਰਧਾਰਾ ਨੂੰ ਵੀ ਮੰਨਦੀ ਔਰ ਲੈ ਕੇ ਚੱਲਦੀ ਆ। ਪਰ ਬੁੱਧ ਦੀ ਵਿਚਾਰਧਾਰਾ ਨਾਲ ਇਹ ਵੀ ਕਹਿੰਦੀ ਆ, ਭਵਤੂ ਸਭ ਮੰਗਲਮ, ਕਿ ਸਾਰਿਆਂ ਦੀ ਮੰਗਲ ਕਾਮਨਾ ਹੋਵੇ। ਇਸੇ ਤਰ੍ਹਾਂ ਜਦੋਂ ਆਪਾਂ ਭਗਤੀ ਲਹਿਰ 'ਚ ਆਉਂਦੇ ਆ ਤਾਂ ਭਗਤੀ ਲਹਿਰ ਦੇ ਵਿੱਚ ਤਾਂ ਸਾਨੂੰ ਸਿਖਾਇਆ ਹੀ ਇਹ ਗਿਆ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇੱਥੇ ਤਾਂ ਹਰ ਗੁਰੂ ਘਰ 'ਚੋਂ ਇਹ ਸਵੇਰੇ ਸ਼ਾਮ ਆਵਾਜ਼ ਆਉਂਦੀ ਆ। ਔਰ ਮਾਨਸ ਕੀ ਜਾਤੀ ਸਭ ਇੱਕੇ ਪਹਿਚਾਣਬੋ। ਇਸੇ ਜ਼ਿਲ੍ਹੇ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਕਾਲੀ ਬਈ, ਇਸੇ ਜ਼ਿਲ੍ਹੇ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਸੀ ਪਹਿਲਾ ਵਾਕ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਇਸੇ ਧਰਤੀ ਦੇ ਉੱਤੇ ਜਿਹੜਾ ਹੈਗਾ ਸਾਨੂੰ ਗੁਰੂਆਂ ਰਹਿਬਰਾਂ ਨੇ ਜਿਹੜੇ ਸੰਦੇਸ਼ ਦਿੱਤੇ, ਇੱਕ ਬਾਟਾ ਦਿੱਤਾ, ਇੱਕ ਸਰੋਵਰ ਦਿੱਤਾ, ਇੱਕ ਗ੍ਰੰਥ ਦਿੱਤਾ, ਇੱਕ ਪੰਗਤ ਦਿੱਤੀ। ਹਰ ਚੀਜ਼ ਗੁਰੂਆਂ ਨੇ ਤਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਿਕ ਜਲ ਤਰੰਗ ਜੈਸਾ। ਔਰ ਬਾਬਾ ਸਾਹਿਬ ਅੰਬੇਡਕਰ ਹਰ ਜਗ੍ਹਾ ਫਗਵਾੜੇ ਲੱਗਿਆ ਹੋਇਆ। ਔਰ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਫੰਡਾਮੈਂਟਲ ਰਾਈਟ ਵਿੱਚ ਕਹਿੰਦਾ 5 ਵਿਤਕਰੇ ਨਹੀਂ ਹੋਣੇ ਚਾਹੀਦੇ। ਨਸਲ, ਧਰਮ, ਜਾਤੀ, ਸਥਾਨ, ਲਿੰਗ, ਇਹ 5 ਵਿਤਕਰੇ ਨਹੀਂ ਹੋਣੇ। ਨਾ ਨਸਲ ਦਾ, ਤੁਹਾਡੀ ਨਸਲ ਕਿਹੜੀ ਆ? ਅਸੀਂ ਕੌਣ ਹੁੰਦੇ ਨਸਲ ਦੇਖਣ ਵਾਲੇ? ਜਦੋਂ ਬਾਬਾ ਸਾਹਿਬ ਅੰਬੇਡਕਰ ਨੇ ਰੋਕ ਦਿੱਤਾ, ਨਸਲ ਦਾ ਵਿਤਕਰਾ ਦਿਮਾਗ 'ਚ ਨਹੀਂ ਆਉਣਾ ਚਾਹੀਦਾ। ਜਾਤੀ ਦੇਖਣ ਵਾਲੇ ਅਸੀਂ ਕੌਣ ਹੁੰਦੇ ਆ ਜੀ? ਜਾਤੀ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਰੋਕ ਦਿੱਤਾ, ਨਹੀਂ ਵਿਤਕਰਾ ਹੋਣਾ ਚਾਹੀਦਾ। ਧਰਮ ਦੇ ਆਧਾਰ 'ਤੇ ਅਸੀਂ ਕੌਣ ਹੁੰਦੇ ਦੇਖਣ ਵਾਲੇ ਜੀ? ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਸਾਰੀਆਂ ਜਾਤਾਂ ਸਾਰੇ ਧਰਮਾਂ ਨੂੰ ਬਰਾਬਰਤਾ ਦਾ ਸੰਦੇਸ਼ ਦਿੰਦਾ। ਔਰ ਭੈਣ ਕੁਮਾਰੀ ਮਾਇਆਵਤੀ ਜੀ, ਸਾਹਿਬ ਕਾਸ਼ੀ ਰਾਮ ਜੀ, ਇਹਨਾਂ ਨੇ ਕਦੀ ਵੀ ਜਨਰਲ ਸਮਾਜ, ਐਸੀ ਸਮਾਜ ਦੀ ਗੱਲ ਕਦੇ ਵੀ ਆਪਣੇ ਕੇਡਰਾਂ ਦੇ ਵਿੱਚ ਆਪਣੇ ਪਾੜਨ ਦੀ ਗੱਲ ਨਹੀਂ ਕੀਤੀ। ਬਸਪਾ ਨੇ ਤਾਂ ਨਾਅਰਾ ਹੀ ਇਹ ਆ ਕਿ ਸਰਵਜਨ ਹਤਾਏ ਸਰਵਜਨ ਸੁਖਾਏ। ਬਸਪਾ ਸਾਰੀਆਂ ਜਾਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ। ਇਹ ਗੱਲ ਮੈਂ ਜਨਰਲ ਭਾਈਚਾਰੇ ਤੱਕ ਲੈ ਕੇ ਜਾਵਾਂਗਾ, ਸਾਰੇ ਭਾਈਚਾਰਿਆਂ ਤੱਕ ਲੈ ਕੇ ਜਾਵਾਂਗਾ। ਉਹਨਾਂ ਨੂੰ ਕਹਾਂਗਾ ਕਿ ਜਿਸ ਰਾਸ਼ਟਰਵਾਦ ਦੀ ਤੁਸੀਂ ਗੱਲ ਕਰਦੇ ਹੋ, ਕਿਆ ਉਹ ਇਹ ਵੰਡੀ ਪਾ ਕੇ ਰਾਸ਼ਟਰਵਾਦ ਆ ਸਕਦਾ ਆ? ਉਸ ਰਾਸ਼ਟਰਵਾਦ ਨੂੰ ਜੇ ਲਿਆਉਣਾ ਤੁਸੀਂ ਚਾਹੁੰਦੇ ਹੋ ਤਾਂ ਉਹਦੇ ਲਈ ਸਾਰੇ ਭਾਈਚਾਰਿਆਂ ਦਾ ਇਕੱਠਾ ਹੋਣਾ ਜ਼ਰੂਰੀ ਆ। ਉਹਨਾਂ 'ਚ ਪ੍ਰੇਮ ਭਾਈਚਾਰਾ ਹੋਣਾ ਜ਼ਰੂਰੀ ਆ। ਉਸ ਪ੍ਰੇਮ ਭਾਈਚਾਰੇ ਦੀ ਆਵਾਜ਼ ਅੱਜ ਫਗਵਾੜੇ 'ਚ ਜਸਵੀਰ ਸਿੰਘ ਗੜੀ ਆਇਆ। ਔਰ ਮੈਂ ਫਗਵਾੜੇ ਦੇ ਹਰ ਘਰ ਕੋਲ ਜਾ ਕੇ ਆਸ਼ੀਰਵਾਦ ਮੰਗੂੰਗਾ। ਔਰ ਮੈਨੂੰ ਭਰੋਸਾ ਫਗਵਾੜੇ 'ਤੇ, ਮੈਨੂੰ ਜਿਮਨੀ ਚੋਣ 'ਚ ਵੀ ਇਹਨਾਂ ਨੇ ਮੇਰੀ ਪਾਰਟੀ ਨੂੰ 16,000 ਵੋਟ ਪਾ ਕੇ ਆਪਣੀ ਵੱਡੀ ਤਾਕਤ ਦਿਖਾਈ ਸੀ। ਔਰ ਮੈਨੂੰ ਹੁਣ ਵੀ ਮੈਨੂੰ ਪੂਰਾ ਭਰੋਸਾ ਆ ਕਿ 16 ਦੀ 76,000 ਪਾ ਕੇ ਮੈਨੂੰ ਇੱਥੋਂ ਤੋਰਨਗੇ। ਪ੍ਰਮੁੱਖ ਮੁਕਾਬਲਾ ਕਿਸੇ ਨਾ ਕਿਸੇ ਦਾ ਹਰ ਇੱਕ ਉਮੀਦਵਾਰ ਦਾ ਹੁੰਦਾ ਆ। ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਦੇ ਨਾਲ ਜਸਵੀਰ ਸਿੰਘ ਗੜੀ ਦਾ ਜਿਹੜਾ ਆ ਮੁਕਾਬਲਾ ਹੋਵੇਗਾ? ਦੇਖੋ, ਸਾਰੀਆਂ ਪਾਰਟੀਆਂ ਸਤਿਕਾਰਯੋਗ ਹੈ ਜੀ। ਜਿਹੜੀਆਂ ਵੀ ਪਾਰਟੀਆਂ ਚੋਣ ਇਲੈਕਸ਼ਨ ਕੰਪੇਨ 'ਚ ਆਉਣਗੀਆਂ, ਉਹ ਸਾਰੀਆਂ ਆਪਣੇ ਵੱਲੋਂ ਮਜ਼ਬੂਤੀ ਨਾਲ ਆਉਣਗੀਆਂ। ਔਰ ਬਹੁਜਨ ਸਮਾਜ ਪਾਰਟੀ ਜਿੱਥੇ ਵੱਲੋਂ ਮੈਂ ਜਿੱਥੇ ਮਜ਼ਬੂਤ ਪਾਰਟੀਆਂ ਦਾ ਸਮਰਥਨ ਕਰਾਂ, ਮਜ਼ਬੂਤ ਪਾਰਟੀਆਂ ਦਾ ਸਤਿਕਾਰ ਕਰਾਂਗਾ, ਉੱਥੇ ਮੈਂ ਕਮਜ਼ੋਰ ਪਾਰਟੀ ਦਾ ਵੀ ਬਰਾਬਰ ਦਾ ਸਤਿਕਾਰ ਕਰਾਂਗਾ। ਮੇਰੇ ਲਈ ਸਾਰੇ ਹੀ ਇੱਕੋ ਜਿਹੇ ਨੇ। ਅੱਜ ਤਾਂ ਹਰ ਘਰ 'ਚ ਇੱਕ ਹਵਾ ਜਾ ਚੁੱਕੀ ਆ ਕਿ ਇਸ ਵਾਰੀ ਹਾਥੀ ਵਾਲਾ ਜਿੱਤ ਰਿਹਾ। ਔਰ ਜਿਹੜਾ 25-27 ਆ ਸਾਡਾ, ਇਹ ਮਿਨੀਮਮ ਮੈਂ ਕਹਿੰਦਾ ਵੀ ਇਹੀ ਮਿਨੀਮਮ ਤੁਸੀਂ ਕਾਇਮ ਰੱਖੋ। ਔਰ ਅਕਾਲੀ ਦਲ ਦਾ ਜਿਹੜਾ ਪਿੰਡਾਂ ਦੇ ਵਿੱਚ ਤਾਂ ਬੀਜੇਪੀ ਹੈ ਹੀ ਕਿਤੇ ਨਹੀਂ। ਮੈਨੂੰ ਨਹੀਂ ਲੱਗਦਾ ਜਿਹੜਾ 20,000 ਵੋਟ ਇਹਨਾਂ ਦਾ ਗੱਠ ਜੋੜਦਾ ਸੀ, ਉਹ 'ਚ 2,000 ਵੀ ਬੀਜੇਪੀ ਦੀ ਵੋਟ ਹੋਵੇ। ਤਾਂ 17,000 ਵੋਟ ਲਗਭਗ ਪਿੰਡਾਂ 'ਚ 17-18 ਅਕਾਲੀ ਦਲ ਦੀ। ਔਰ ਜਿਹੜਾ ਸ਼ਹਿਰਾਂ ਦੇ ਵਿੱਚ 24,000 ਕੱਢਦੇ ਰਹੇ ਆ, ਮੈਂ ਘੁੰਮ ਕੇ ਦੇਖਿਆ, ਗੁਰੂ ਨਾਨਕਪੁਰਾ, ਦਰਸ਼ਨਗਰ, ਸਤਨਾਮਪੁਰਾ, ਆਲੇ ਦੁਆਲੇ ਸਾਰਾ ਹੀ ਏਰੀਆ ਜਿਹੜਾ ਹੈਗਾ ਅਕਾਲੀ ਦਲ ਦੀ ਵੋਟ ਨਾਲ ਤਾਂ ਭਰਿਆ ਪਿਆ। ਔਰ ਮੈਨੂੰ ਉਮੀਦ ਹੈ ਘੱਟੋ ਘੱਟ 12,000-15,000 ਵੋਟ ਅਕਾਲੀ ਦਲ ਦੀ ਮੈਂ 10 ਹੀ ਲਾ ਲੈਂਦਾ ਸ਼ਹਿਰ ਦੀ। 10 ਉਹਨਾਂ ਦੀ, 10 ਸਾਡੀ, 20 ਪਿੰਡਾਂ ਦੇ ਵਿੱਚ 18-20 ਸਾਡੀ, 18-20 ਉਹਨਾਂ ਦੀ। ਅਤੇ ਜਿਹੜਾ ਜਿੰਨਾ ਧਾਰੀਵਾਲ ਸਾਹਿਬ ਵੋਟ ਲੈ ਕੇ ਗਏ ਸੀਗੇ ਜਿਮਨੀ ਦੇ ਵਿੱਚ, ਹੈਨੀ ਵੋਟ ਤਾਂ ਸਾਨੂੰ ਬੈਠਿਆਂ ਨੂੰ ਮਿਲਦੀ ਹੈ ਜੀ। ਪਰ ਮੈਂ ਫਿਰ ਵੀ ਹਰ ਮੈਂ ਉਸ ਗੋਡੇ ਤੱਕ, ਉਸ ਪੈਰ ਤੱਕ ਪਹੁੰਚ ਕਰ ਰਿਹਾ ਜਿਹਦੀ ਵੋਟ ਹੈ। ਮੈਂ ਚਾਹੁੰਦਾ ਹਾਂ ਵੋਟ ਤਾਂ ਮੈਨੂੰ ਪਾ ਹੀ ਰਹੇ ਆ, ਪਰ ਮੈਂ ਇੱਕ ਵਾਰ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਮੈਂ ਫਗਵਾੜੇ ਦੇ ਸਾਰੇ ਲੋਕਾਂ ਦਾ ਜ਼ਰੂਰ ਲੈਣਾ। ਮੇਰੀ ਕੋਸ਼ਿਸ਼ ਰਹੇ ਜੀ ਮੈਂ ਸਾਰਿਆਂ ਤੱਕ ਪੁੱਜਾਂ। ਜਿੰਨਾ ਕਿ ਤੁਸੀਂ ਮੈਥੇਮੈਟਿਕਸ ਕਰ ਰਹੇ ਹੋ ਹੈ ਨਾ, ਕਿ ਹਿਸਾਬ ਲਗਾ ਲਿਆ, ਸਭ ਕੁਛ ਲਗਾ ਲਿਆ, ਉਸ ਹਿਸਾਬ ਨਾਲ ਕਿਤੇ ਪੜ੍ਹਾਈ ਵੀ ਤੁਹਾਡੇ ਹਿਸਾਬ 'ਚ ਤਾਂ ਨਹੀਂ ਹੋਈ ਹੋਈ? ਦੇਖੋ, ਪੜ੍ਹਾਈ ਮੈਨੂੰ ਤਾਂ ਮੇਰੇ ਪੈਰਾਂ ਦੇ ਵਿੱਚ ਵੀ ਜੇ ਕੋਈ ਕਾਗਜ਼ ਆ ਗਿਆ ਮੈਂ ਚੱਕ ਕੇ ਪੜ੍ਹਨਾ ਆ ਜੀ।
ਪੜ੍ਹਾਈ ਡਿਗਰੀਆਂ ਦੇ ਮਾਮਲੇ 'ਚ ਤਾਂ ਮਾਸਟਰ ਡਿਗਰੀ ਆ। 18 ਸਾਲ 5 ਮਹੀਨੇ ਮੈਂ ਸਰਕਾਰੀ ਨੌਕਰੀ ਐਨੀਮਲ ਹਸਬੈਂਡਰੀ ਡਿਪਾਰਟਮੈਂਟ 'ਚ ਕੀਤੀ ਆ। 1.5 ਸਾਲ ਹੋਰ ਕਰ ਲੈਂਦਾ 50-60 ਹਜ਼ਾਰ ਪੈਨਸ਼ਨ ਆ ਜਾਣੀ ਸੀਗੀ। ਔਰ 18 ਸਾਲ 7 ਮਹੀਨਿਆਂ ਦੀ ਨੌਕਰੀ ਮੇਰੀ ਬਾਕੀ ਸੀ, ਪਰ ਮੈਂ ਪਾਰਟੀ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਸਾਹਿਬ ਕਾਂਸ਼ੀ ਰਾਮ ਜੀ ਦੇ ਨੇ ਸੀਰੀ ਮਾਰਚ ਕੱਢਿਆ ਸੀ 2001 ਦੇ ਵਿੱਚ। ਮੈਂ ਉਦੋਂ ਵੀ ਸਾਈਕਲ ਚਲਾਇਆ। ਹਾਹਾਕਾਰ ਰੈਲੀ ਹੋਈ ਲੁਧਿਆਣੇ, ਅਸੀਂ ਪਿੰਡੋਂ ਪਹਿਲੀ ਵਾਰੀ ਸਾਡੇ ਵੱਡੀ ਗੱਡੀਆਂ 2 ਕੱਢੀਆਂ ਸੀ, ਨਹੀਂ ਤਾਂ ਇੱਕੋ ਜਾਂਦੀ ਹੁੰਦੀ ਸੀ। ਬੜਾ ਜ਼ਮੀਨ ਨਾਲ ਜੁੜਿਆ ਜਿਹਾ ਛੋਟਾ ਜਿਹਾ ਆਦਮੀ ਆ ਜੀ। ਔਰ ਮੈਂ ਚਾਹੁੰਦਾ ਹਾਂ ਕਿ ਹਰ ਜਨ ਦਾ ਹੱਥ ਜਿਹੜਾ ਮੇਰੇ ਸਿਰ 'ਤੇ ਹੋਵੇ ਔਰ ਮੇਰੇ ਦੋਏ ਹੱਥ ਲੋਕਾਂ ਦੇ ਦੋਏ ਪੈਰਾਂ 'ਤੇ ਹੋਣ। ਇਹ ਸਨ ਜਸਵੀਰ ਸਿੰਘ ਗੜੀ, ਜਿਨ੍ਹਾਂ ਨੇ ਜਿੱਥੇ ਇਲੈਕਸ਼ਨ ਜੋ ਅੱਜ ਅਨਾਊਂਸ ਹੋਏ ਗਾਈਡਲਾਈਨਸ ਆਈਆਂ ਨੇ ਉਹਦੇ ਵਿੱਚ ਕਿਹਾ ਕਿ ਜੋ ਵੀ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਵੱਲੋਂ ਆਈਆਂ ਹੈ ਉਹਨਾਂ ਦਾ ਸਵਾਗਤ ਹੈ ਅਤੇ ਉਹ ਖੁਸ਼ ਨੇ ਕਿ ਬਈ ਜਿਹੜਾ ਆ ਸਮਾਂ ਕਿ ਹੋਰ ਜ਼ਿਆਦਾ ਮਿਹਨਤ ਕਰਕੇ ਵੋਟਰ ਤੱਕ ਜਿਹੜਾ ਆ ਉਹ ਪਹੁੰਚਿਆ ਜਾਵੇਗਾ। ਅਤੇ ਫਗਵਾੜੇ ਦੇ ਲਈ ਇਹਨਾਂ ਨੇ ਆਪਣੇ ਸੁਪਨੇ ਦੱਸੇ ਨੇ ਬਈ ਕੀ ਹੋਣਗੇ, ਅਤੇ ਨਾਲ ਹਰੇਕ ਸਮਾਜ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਹੈ। ਕੈਮਰਾਮੈਨ ਰਮਨ ਦੇ ਨਾਲ ਹਰਮਿੰਦਰ ਸਿੰਘ ਬਸਰਾ, ਨਵਰੰਗ TV ਫਗਵਾੜਾ।